ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਸਾਰੀ ਸਾਧ ਸੰਗਤ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਧ ਸੰਗਤ ਜੀ, ਅੱਜ ਦੀ ਜਿਹੜੀ ਸਾਖੀ ਹੈ ਉਹ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਦੀ, ਜਦ ਸਤਿਗੁਰੂ ਮਹਾਰਾਜ ਜੀ ਬਾਬਾ ਬੰਦਾ ਸਿੰਘ ਬਹਾਦਰ, ਜਿੰਦਾ ਪੂਰਾ ਨਾਮ ਭਾਈ ਮਾਧੋ ਦਾਸ ਸੀ, ਉਹ ਆਪਣੀ ਕੁਟੀਆ 'ਚ ਧਿਆਨ ਲਗਾਏ ਬੈਠੇ ਸੀ ਤੇ ਕੁਝ ਸ਼ਰਧਾਲੂ ਉਹਨਾਂ ਦੇ ਅੱਗੇ ਧਿਆਨ ਲਗਾਏ ਬੈਠੇ ਸੀ ਤੇ ਉਹਨਾਂ ਦਾ ਇੱਕ ਸ਼ਰਧਾਲੂ ਭੱਜ ਕੇ ਉਹਨਾਂ ਕੋਲ ਆਇਆ ਤੇ ਕਹਿਣ ਲੱਗਾ, ਮਹਾਰਾਜ ਜੀ, ਡੇਰੇ 'ਚ ਕੋਈ ਆਇਆ ਹੈ ਜਿਸ ਨੇ ਆਪਣੀ ਡੇਰੇ ਦੀ ਮਰਿਆਦਾ ਨੂੰ ਭੰਗ ਕਰ ਦਿੱਤਾ ਹੈ। ਉਸਨੇ ਆਪਣੇ ਡੇਰੇ ਵਿੱਚ ਖਾਣਾ ਬਣਾਉਣ ਵਾਲੀ ਜਗ੍ਹਾ 'ਤੇ ਬੱਕਰਾ ਪਕਾਇਆ ਹੈ। ਉਹ ਆਪਣੇ ਪਲੰਘ 'ਤੇ ਬੈਠ ਕੇ ਖਾਣਾ ਖਾ ਰਿਹਾ ਹੈ ਜਿਸ 'ਤੇ ਤੁਸੀਂ ਵਿਰਾਜਮਾਨ ਹੁੰਦੇ ਹੋ। ਤੇ ਉਹਨਾਂ 'ਚੋਂ ਇੱਕ ਸ਼ਰਧਾਲੂ ਬੋਲਿਆ, ਇੰਨੀ ਹਿੰਮਤ ਕਿਸ ਨੇ ਕੀਤੀ? ਜਿਸਨੇ ਵੀ ਇਹ ਕੀਤਾ ਹੈ ਇਸ ਦਾ ਨਤੀਜਾ ਉਸ ਨੂੰ ਭੁਗਤਣਾ ਹੀ ਪਏਗਾ। ਤੇ ਕਹਿਣ ਲੱਗਾ ਕਿ ਬਾਬਾ ਜੀ, ਉਸ ਪਲੰਘ 'ਤੇ ਉਹਨੂੰ ਨੀਚੇ ਗਿਰਾ ਕੇ ਉਹਨੂੰ ਪਟਕੋ ਤੇ ਬਾਅਦ 'ਚ ਜਾ ਕੇ ਉਹਦਾ ਸਾਰਾ ਕੁਝ ਪਰਿਚੈ ਪੁੱਛਣਾ। ਤੇ ਭਾਈ ਮਾਧੋ ਦਾਸ ਜੀ ਕਹਿਣ ਲੱਗੇ, ਮੈਂ ਉਹਨਾਂ ਨੂੰ ਪੁੱਛੂੰਗਾ ਨਹੀਂ, ਉਹ ਐਸੇ ਪਲੰਘ 'ਤੇ ਬੈਠੇ ਬੈਠੇ ਹੀ ਮੈਂ ਇੱਥੇ ਲੈ ਕੇ ਆਊਂਗਾ ਆਪਣੀ ਸ਼ਕਤੀਆਂ ਦੇ ਨਾਲ। ਉਸੇ ਪਲੰਘ ਸਮੇਤ ਮੈਂ ਇੱਥੇ ਆਪਣੇ ਸਾਹਮਣੇ ਲੈ ਕੇ ਆਊਂਗਾ। ਲੇਕਿਨ ਐਸਾ ਨਹੀਂ ਹੋਇਆ। ਭਾਈ ਮਾਧੋ ਦਾਸ ਜੀ ਨੂੰ ਇੱਕ ਆਵਾਜ਼ ਸੁਣਾਈ ਦਿੱਤੀ ਜਿਸ ਨੇ ਕਿਹਾ ਕਿ ਹੇ ਭਾਈ ਮਾਧੋ ਦਾਸ, ਅੰਧਕਾਰ ਦੇ ਅੰਧੇਰੇ 'ਚੋਂ ਨਿਕਲ ਕੇ ਸੱਚਾਈ ਦੇ ਆਕਾਸ਼ ਵਿੱਚ ਜਾ। ਤੇ ਆਹ ਵਚਨ ਸੁਣ ਕੇ ਮਾਧੋ ਦਾਸ ਜੀ ਨੇ ਆਪਣੇ ਸੇਵਕਾਂ ਨੂੰ ਪੁੱਛਿਆ ਕਿ ਜੋ ਮੈਂ ਸੁਣ ਰਿਹਾ ਤੁਹਾਨੂੰ ਵੀ ਸੁਣਾਈ ਦੇ ਰਿਹਾ ਹੈ? ਤੇ ਉਹ ਕਹਿਣ ਲੱਗੇ, ਨਹੀਂ ਮਹੰਤ ਜੀ, ਸਾਨੂੰ ਤਾਂ ਕੁਝ ਵੀ ਨਹੀਂ ਸੁਣਾਈ ਦੇ ਰਿਹਾ। ਔਰ ਉਸ ਦੇ ਬਾਅਦ ਫਿਰ ਆਵਾਜ਼ ਸੁਣਾਈ ਦਿੱਤੀ ਕਿ ਹੇ ਮਾਧੋ ਦਾਸ, ਪਰਮਾਤਮਾ ਦੀ ਆਵਾਜ਼ ਕੇਵਲ ਆਤਮਾ ਸੁਣ ਸਕਦੀ ਹੈ ਤੇ ਆਤਮਾ ਦੀ ਆਵਾਜ਼ ਕੇਵਲ ਪਰਮਾਤਮਾ ਸੁਣ ਸਕਦਾ ਹੈ। ਕੇਵਲ ਮੰਤਰ ਦੇ ਨਾਲ ਮਨ ਨੂੰ ਸ਼ਾਂਤੀ ਨਹੀਂ ਮਿਲਦੀ, ਮਨ ਨੂੰ ਟਿਕਾ ਕਰਕੇ ਵੀ ਰੱਖਣਾ ਜ਼ਰੂਰੀ ਹੈ। ਅੱਜ ਤੇਰੇ ਸਾਰੇ ਮੰਤਰ ਤੇਰੇ ਕੰਮ ਨਹੀਂ ਆਏ। ਤਾਂ ਇਹ ਸੁਣ ਕੇ ਮਾਧੋ ਦਾਸ ਸੋਚਣ ਲੱਗੇ ਕਿ ਮੇਰੇ ਡੇਰੇ 'ਚ ਪਹੁੰਚਣ ਵਾਲਾ ਕੋਈ ਆਮ ਵਿਅਕਤੀ ਤਾਂ ਨਹੀਂ ਹੈ। ਜੋ ਵੀ ਕੋਈ ਹੈ, ਭਾਈ ਮਾਧੋ ਦਾਸ ਆਪਣੀ ਕੁਟੀਆ 'ਚ ਪਹੁੰਚਿਆ ਤੇ ਉਸਨੇ ਦੇਖਿਆ ਕਿ ਉੱਥੇ ਸਤਿਗੁਰੂ ਮਹਾਰਾਜ ਜੀ ਉਸ ਦੇ ਪਲੰਘ 'ਤੇ ਵਿਰਾਜਮਾਨ ਹੈ ਔਰ 4 ਸਿੰਹ ਸਤਿਗੁਰੂ ਦੇ ਉਹਨਾਂ ਦੇ ਪਿੱਛੇ ਖੜੇ ਸਨ। ਤੇ ਜਦੋਂ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਉਸਨੇ ਕਿਹਾ ਕਿ ਭਾਈ ਮਾਧੋ ਦਾਸ, ਤੂੰ ਆਹੀ ਸੋਚ ਰਿਹਾ ਹੈ ਨਾ ਕਿ ਅਸੀਂ ਤੇਰੀ ਕੁਟੀਆ ਦੀ ਮਰਿਆਦਾ ਭੰਗ ਕਰ ਦਿੱਤੀ? ਤਾਂ ਇਹ ਸੁਣ। ਭਾਈ ਮਾਧੋ ਦਾਸ ਜੀ ਕਹਿਣ ਲੱਗੇ, ਮਾਫੀ ਕਰਨਾ ਮਹਾਰਾਜ, ਮੇਰੇ ਸਥਾਨ 'ਤੇ ਨਿਰਦੋਸ਼ ਜੀਵਾਂ ਦੀ ਹੱਤਿਆ ਹੋਈ ਹੈ ਔਰ ਇੱਥੇ ਦੀ ਮਿੱਟੀ ਰਕਤ ਦੇ ਨਾਲ ਲਾਲ ਹੈ ਔਰ ਹੁਣ ਇੱਥੇ ਧਿਆਨ ਨਹੀਂ ਲਗਾ ਸਕਦਾ। ਆ ਸੁਣ ਕੇ ਗੁਰੂ ਸਾਹਿਬ ਜੀ ਬੋਲੇ ਕਿ ਆਹੀ ਤਾਂ ਮੈਨੂੰ ਸਮਝ ਨਹੀਂ ਆ ਰਿਹਾ ਕਿ ਬਾਹਰ ਮੁਗਲ ਨਿਰਦੋਸ਼ ਜੀਵਾਂ ਨੂੰ ਬੱਕਰਿਆਂ ਦੀ ਤਰ੍ਹਾਂ ਹਲਾਲ ਕਿਉਂ ਕਰ ਰਹੇ ਹੈ। ਐਸਾ ਕੌਣ ਸਾ ਮੰਤਰ ਹੈ ਜੋ ਹੋ ਰਹੇ ਅਤਿਆਚਾਰ 'ਤੇ ਤੇਰਾ ਧਿਆਨ ਨਹੀਂ ਜਾਣ ਦੇ ਰਿਹਾ? ਹਜੂਰੀ ਦਾ ਰਹਿਣ ਵਾਲਾ ਹੈ ਤੂੰ, ਤਾਂ ਹੀ ਸਤਲੁਜ, ਰਾਵੀ, ਵਿਆਸ, ਜਮੁਨਾ, ਗੰਗਾ, ਨਰਮਦਾ ਨਦੀਆਂ ਪਾਰ ਕਰਕੇ ਗੋਦਾਵਰੀ ਦੇ ਕੋਲ ਆ ਕੇ ਆਪਣਾ ਡੇਰਾ ਲਗਾਇਆ ਹੈ। ਇਸੇ ਲਈ ਮੇਰੀ ਇੱਕ ਗੱਲ ਮੰਨ, ਇੱਕ ਵਾਰ ਫਿਰ ਆਪਣਾ ਸਫ਼ਰ ਸ਼ੁਰੂ ਕਰ। ਰਸਤੇ ਵਿੱਚ ਤੈਨੂੰ ਇੱਕ ਗਰੀਬ ਕਿਸਾਨ ਔਰ ਰੋਂਦੇ ਹੋਏ ਕੁਝ ਲੋਕ ਮਿਲਣਗੇ। ਉਹਨਾਂ ਦੇ ਹਾਲ ਪੁੱਛਣ ਤੋਂ ਬਾਅਦ ਉਹਨਾਂ ਦੀ ਮੁਸਕਰਾਹਟ ਦੇ ਪਿੱਛੇ ਬੈਠਾ ਪਰਮਾਤਮਾ ਤੇਰੀ ਰਾਹ ਦੇਖ ਰਿਹਾ ਹੈ। ਇਹ ਵਚਨ ਸੁਣ ਕੇ ਭਾਈ ਮਾਧੋ ਦਾਸ ਕਹਿਣ ਲੱਗੇ, ਹੇ ਅੰਤਰਯਾਮੀ, ਤੁਸੀਂ ਹੋ ਕੌਣ? ਗੁਰੂ ਸਾਹਿਬ ਨੇ ਕਿਹਾ ਕਿ ਮੈਂ ਉਹੀ ਹਾਂ ਜਿਹਨੂੰ ਤੂੰ ਜਾਣਦਾ ਹੈ। ਤੇ ਭਾਈ ਮਾਧੋ ਦਾਸ ਜੀ ਨੇ ਉਹਨਾਂ ਸਾਹਮਣੇ ਹੱਥ ਜੋੜ ਲਿੱਤੇ ਤੇ ਸਤਿਗੁਰੂ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਸਾਕਸ਼ਾਤ ਗੁਰੂ ਗੋਬਿੰਦ ਸਿੰਘ ਜੀ ਹੋ? ਤਾਂ ਉੱਥੇ ਮੌਜੂਦ ਗੁਰੂ ਜੀ ਦਾ ਇੱਕ ਸਿੰਹ ਬੋਲਿਆ, ਹਾਂਜੀ ਮਾਧੋ ਦਾਸ ਜੀ, ਗੁਰੂ ਸਾਹਿਬ ਨੂੰ ਤੁਹਾਡੇ ਬਾਰੇ ਪਤਾ ਲੱਗਾ ਤੇ ਉਹ ਤੁਰੰਤ ਡੇਰੇ ਵਿੱਚ ਤੁਹਾਡੇ ਕੋਲ ਆ ਗਏ। ਭਾਈ ਮਾਧੋ ਦਾਸ ਜੀ ਕਹਿਣ ਲੱਗੇ, ਮੇਰੇ ਆਹੋ ਭਾਗਿਆ ਜੋ ਮੇਰੇ ਘਰ ਗੁਰੂ ਸਾਹਿਬ ਪਧਾਰੇ, ਆਹੋ ਭਾਗਿਆ ਮਾਰੇ ਜੋ ਮੇਰੇ ਘਰ ਗੁਰੂ ਸਾਹਿਬ ਜੀ ਪਧਾਰੇ। ਗੁਰੂ ਸਾਹਿਬ ਜੀ ਕਹਿਣ ਲੱਗੇ, ਤੁਸੀਂ ਕਰਮਵੀਰ ਹੋ। ਜਿਸ ਕਰਮ ਲਈ ਤੂੰ ਇਸ ਧਰਤੀ 'ਤੇ ਆਇਆ ਹੈ ਉਹਨੂੰ ਉਸ ਦੀ
ਕਮਾਨ ਸੰਭਾਲ, ਤੇਰਾ ਸੁਭਾਅ ਤਾਂ ਸ਼ਿਕਾਰੀਆਂ ਵਾਲਾ ਹੈ। ਜ਼ਾਲਿਮਾਂ ਦੇ ਸਤਾਏ ਹੋਏ ਮਾਸੂਮ ਲੋਕਾਂ ਉੱਤੇ ਬੇਕਸੂਰ ਜਿਹੜੇ ਲੋਕ ਉਹਨਾਂ ਨੂੰ ਮਾਰ ਰਹੇ ਹਨ ਉਹ ਨਾ ਹੋਣ ਦਿਓ। ਜਿਵੇਂ ਤੇਰੇ ਤੀਰ 'ਚੋਂ ਮਰੇ ਹੋਏ ਉਸ ਹਿਰਨੀ ਦੇ 2 ਬੱਚੇ ਜਿਨ੍ਹਾਂ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਤੇਰੇ ਸਾਹਮਣੇ ਉਹਨਾਂ ਨੇ ਦਮ ਤੋੜ ਦਿੱਤਾ, ਜਿੰਦੇ ਕਰਕੇ ਤੂੰ ਤੜਪਿਆ, ਤੂੰ ਉਹ ਦੇਖ ਨਹੀਂ ਪਾਇਆ, ਤੂੰ ਉਹ ਸ਼ਿਕਾਰ ਹੀ ਬੰਦ ਕਰ ਦਿੱਤਾ। ਪਹਿਲੇ ਤੂੰ ਤੀਰ ਤੋੜੇ, ਫਿਰ ਤੂੰ ਆਪਣਾ ਕਮਾਨ ਫੈਂਕ ਦਿੱਤਾ। ਉਸ ਪੀੜਾ ਨੇ ਤੈਨੂੰ ਲਕਸ਼ਮਣ ਦੇਵ ਦੇ ਮਾਧੋਦਾਸ ਬਣਾ ਦਿੱਤਾ। ਤੇ ਗੁਰੂ ਸਾਹਿਬ ਦੇ ਇਹ ਵਚਨ ਸੁਣ ਕੇ ਭਾਈ ਮਾਧੋਦਾਸ ਭਾਵੁਕ ਹੋ ਗਏ ਤੇ ਕਹਿਣ ਲੱਗੇ ਕਿ ਹੇ ਅੰਤਰਯਾਮੀ। ਤੇ ਗੁਰੂ ਸਾਹਿਬ ਨੇ ਕਿਹਾ ਕਿ ਹਾਂ ਮਾਧੋਦਾਸ, ਤੁਸੀਂ ਕੌਣ ਹੋ? ਭਾਈ ਮਾਧੋਦਾਸ ਨੇ ਕਿਹਾ ਕਿ ਮੈਂ ਤੁਹਾਡਾ ਬੰਦਾ। ਔਰ ਭਾਈ ਮਾਧੋਦਾਸ ਜੀ ਕਹਿਣ ਲੱਗੇ ਕਿ ਉਹ ਕੌਣ ਪਾਪੀ ਹੈ ਜਿਨ੍ਹਾਂ ਨੇ ਬੇਕਸੂਰ ਲੋਕਾਂ ਦਾ ਖੂਨ ਬਹਾ ਦਿੱਤਾ ਹੈ? ਤੇ ਇਹ ਸੁਣ ਕੇ ਇੱਕ ਸਿੰਹ ਨੇ ਕਿਹਾ ਕਿ ਕੀ ਸਜ਼ਾ ਦਓਗੇ? ਉਹਨਾਂ ਦੇ ਤੰਤਰ ਮੰਤਰ ਤੇ ਉਹਨਾਂ ਦਾ ਕੀ ਮੰਜਾ ਪਲਟ ਕਰ ਪਾਓਗੇ? ਤੇ ਇਹ ਸੁਣ ਕੇ ਭਾਈ ਮਾਧੋਦਾਸ ਜੀ ਕਹਿਣ ਲੱਗੇ ਕਿ ਤੰਤਰ ਮੰਤਰ ਵਾਲੇ ਮਾਧੋਦਾਸ ਦੀ ਮੌਤ ਤਾਂ ਤੁਹਾਡੇ ਦਰਸ਼ਨ ਕਰਨ ਤੋਂ ਪਹਿਲਾਂ ਹੀ ਹੋ ਗਈ। ਬਾਜਾਂ ਵਾਲੇ ਸਾਈਆਂ, ਹੁਣ ਤੁਹਾਡੇ ਸਾਹਮਣੇ ਇੱਕ ਆਮ ਬੰਦਾ ਖੜਾ ਹੈ। ਹੁਣ ਤੁਸੀਂ ਆਪਣੇ ਬੰਦੇ ਨੂੰ ਇੱਕ ਇਹੋ ਜਿਹਾ ਸਿੰਹ ਬਣਾਓ ਕਿ ਜਿਸ ਦੀ ਤਲਵਾਰ ਕਿਸੇ ਬੇਗੁਨਾਹਾਂ ਉੱਤੇ ਨਾ ਉੱਠੇ, ਕਿਸੇ ਪਾਪੀ ਨੂੰ ਨਾ ਬਖਸ਼ੇ। ਇਹ ਸੁਣ ਕੇ ਗੁਰੂ ਸਾਹਿਬ ਜੀ ਬੋਲੇ ਕਿ ਤੁਸੀਂ ਇੱਕ ਇਹੋ ਜਿਹੇ ਬਹਾਦਰ ਸਿਪਾਹੀ ਬਣੋਗੇ ਜੋ ਇਨਸਾਨੀਅਤ ਦੇ ਦੁਸ਼ਮਣਾਂ ਨੂੰ ਲੋਹੇ ਦੇ ਚਨੇ ਚਬਾ ਦੋਗੇ। ਤੁਸੀਂ ਹਰ ਗਰੀਬ ਔਰ ਮੁਗਲਾਂ ਦੀ ਸਤਾਈ ਜਨਤਾ ਦਾ ਸਹਾਈ ਖਾਲਸਾ ਬਣੋਗੇ। ਇਸ ਪ੍ਰਕਾਰ ਭਾਈ ਮਾਧੋਦਾਸ ਬੰਦਾ ਬਹਾਦਰ ਬਣ ਗਿਆ, ਗੁਰਸਿੱਖ ਬਣ ਗਿਆ। ਗੁਰੂ ਭਟਕੇ ਹੋਏ ਲੋਕਾਂ ਨੂੰ ਸਹੀ ਰਾਹ ਦਿਖਾਉਣ ਲਈ ਸਹੀ ਸਥਾਨ ਤੇ ਸਹੀ ਵਕਤ ਤੇ ਸਹੀ ਮਾਧਿਅਮ ਚੁਣਦੇ ਹਨ। ਇੱਥੇ ਤੱਕ ਕਿ ਗੁਰੂ ਜੀ ਭਾਈ ਮਾਧੋਦਾਸ ਦੇ ਡੇਰੇ 'ਚ ਮਾਸ ਪਕਾ ਕੇ ਉਹਦੀ ਸੋਈ ਹੋਈ ਅੰਤਰ ਆਤਮਾ ਨੂੰ ਵੀ ਜਗਾ ਸਕਦੇ ਹਨ। ਗੁਰੂ ਜੀ ਨੇ ਭਾਈ ਮਾਧੋਦਾਸ ਨੂੰ ਦੱਸਿਆ ਕਿ ਕਿਸ ਤਰ੍ਹਾਂ ਮੁਗਲ ਇਨਸਾਨਾਂ ਨੂੰ ਬੱਕਰੇ ਦੀ ਤਰ੍ਹਾਂ ਹਲਾਲ ਕਰ ਰਹੇ ਹਨ ਔਰ ਤੁਸੀਂ ਆਪਣੇ ਅਭਿਮਾਨ 'ਤੇ ਜੀ ਰਹੇ ਹੋ। ਇੱਥੇ ਬਹੁਤ ਲੋਕ ਕਹਿਣਗੇ ਗੁਰੂ ਸਾਹਿਬ ਨੇ ਮਾਸ ਕਿਉਂ ਬਣਾਇਆ, ਐਜਾ ਕਿਉਂ ਦਿਖਾਇਆ ਗਿਆ? ਲੇਕਿਨ ਗੁਰੂ ਦੀਆਂ ਗੱਲਾਂ ਤੇ ਕਦੇ ਵੀ ਕਿੰਤੂ ਪਰੰਤੂ ਨਹੀਂ ਲਗਾਉਣਾ ਚਾਹੀਦਾ। ਜੋ ਗੁਰੂ ਦਾ ਸਿੰਹ ਹੈ ਉਹ ਆਪਣੇ ਗੁਰੂ ਤੇ ਕਦੇ ਵੀ ਕਿੰਤੂ ਪਰੰਤੂ ਨਹੀਂ ਲਗਾਉਂਦਾ। ਸਾਧ ਸੰਗਤ ਜੀ, ਇਸੇ ਦੇ ਨਾਲ ਮੈਨੂੰ ਇਜਾਜ਼ਤ ਦਿਓ ਤੇ ਫਿਰ ਮਿਲਾਂਗੇ ਇੱਕ ਹੋਰ ਨਈ ਸਾਖੀ ਦੇ ਨਾਲ। ਸੱਚੀ ਸਾਖੀਆਂ ਤੁਹਾਨੂੰ ਇਸ ਚੈਨਲ 'ਤੇ ਸੁਣਾਈਆਂ ਜਾਣਗੀਆਂ। ਸਾਧ ਸੰਗਤ ਜੀ ਇਹ ਆਪਣੀ ਸੰਗਤ ਨੂੰ ਜ਼ਰੂਰ ਸ਼ੇਅਰ ਕਰਿਓ। ਇਹ ਗੁਰੂ ਜੀ ਦਾ ਸੰਦੇਸ਼ ਹਰ ਪ੍ਰੇਮੀ ਸਤਸੰਗੀ ਕੋਲ ਪਹੁੰਚਣਾ ਚਾਹੀਦਾ ਹੈ। ਸਾਧ ਸੰਗਤ ਜੀ, ਜੇ ਤੁਹਾਨੂੰ ਅਜਿਹੀਆਂ ਹੀ ਸਾਖੀਆਂ, ਸਤਸੰਗ ਔਰ ਰੂਹਾਨੀਅਤ ਨਾਲ ਜੁੜੀਆਂ ਗੱਲਾਂ ਸੁਣਨੀਆਂ ਪਸੰਦ ਹੈ ਤਾਂ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ ਤੇ ਸਾਰੀ ਸਾਧ ਸੰਗਤ ਜੀ ਨੂੰ ਸਤਿ ਸ਼੍ਰੀ ਅਕਾਲ।